इस चैनल को सब्सक्राइब करें और घंटा दबाना ना भूलें। परमेश्वर का भय मानना बुद्धि का आरंभ है। जानो इसे और मानो भी, ताकि बुद्धि से भर जाओ। परमेश्वर का भय मानना बुद्धि का आरंभ है। जानो इसे और ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਪਰਮੇਸ਼ਵਰ ਸਾਡੇ ਵਿੱਚ ਮਹਾਨ ਹੈ, ਇਸ ਲਈ ਉਸ ਮਹਾਨ ਪਰਮੇਸ਼ਵਰ ਦੇ ਅੱਗੇ ਝੁਕਣਾ ਜ਼ਰੂਰੀ ਹੈ। ਆਓ ਅਸੀਂ ਪ੍ਰਾਰਥਨਾ ਵਿੱਚ ਜਾਈਏ। ਦਿਆਲੂ ਪਰਮੇਸ਼ਵਰ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਤੂੰ ਕਿਰਪਾ ਦਾ ਖਣੀ, ਦਇਆ ਦਾ ਧਨੀ ਹੈ। ਸਾਡੇ ਵਿੱਚ ਭਰਾਪਨ ਦਾ ਪਿਆਰ ਕਰਕੇ ਸਾਨੂੰ ਰੋਜ਼ਮਰਾ ਦੇ ਜੀਵਨ ਵਿੱਚ ਆਪਣੇ ਵਚਨ ਦੀਆਂ ਚੂਹਾਂ ਦੇ ਵਿੱਚ ਚਰਾਉਣਾ ਹੈ, ਜਿੱਥੇ ਅਸੀਂ ਤੇਰੇ ਨਾਲ ਤ੍ਰਿਪਤ ਹੁੰਦੇ ਹਾਂ। ਔਰ ਤੇਰੀ ਤ੍ਰਿਪਤੀ ਸਾਡੇ ਜੀਵਨ ਦੇ ਵਿੱਚ ਆਸ਼ੀਸ਼ ਦਾ ਕਾਰਨ ਹੈ ਅਤੇ ਸਾਨੂੰ ਤੇਰੇ ਵਿੱਚ ਮਹਿਮਾ ਦੇ ਨਾਲ ਵਧਾਉਂਦੀ ਹੈ। ਇਸ ਲਈ ਕਿ ਪਲ ਦੇ ਲਈ ਸਭ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। परमेश्वर इस समय ਨੂੰ तेरे हत्थां ਵਿੱਚ सौंपते हुए, इस वचन ਨੂੰ तेरे हत्थां ਵਿੱਚ सौंपते हुए, सुनने वालियां ਨੂੰ तेरे हत्थां ਵਿੱਚ सौंपते हुए बेनती मुक्ति दाते प्रभु यीशु मसीह ਦੇ पवित्र ਤੇ ਸਮਰਥੀ ਨਾਮ ਵਿੱਚ ਹੁਕਮ ਹੈ। ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਕਹਾਵਤਾਂ ਦੀ ਪੁਸਤਕ, ਉਸ ਦਾ 29 ਅਧਿਆਇ, ਉਸ ਦੀ 25 ਆਇਤ ਦੇ ਵਿੱਚ। ਇੱਥੇ ਲਿਖਿਆ ਹੈ, ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਪਰਮੇਸ਼ਰ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ। ਪਰਮੇਸ਼ਰ ਦਾ ਭੈ क्यों मनना है? मेरा अज का विषय जो है वो है भय योग परमेश्वर। भय योग परमेश्वर। परमेश्वर का भय मनना क्यों है? सवाल ये, जे मैं परमेश्वर का भय मनदा हाँ, परमेश्वर के भय नूं अपने जीवन विच लिआउंदा हाँ, तां एक गल जरूर है, मैं उसका आग्याकारी पुत्र हाँ। जे परमेश्वर का भय मेरे जीवन विच है तो मैं परमेश्वर के अनुशासन अधीन हाँ। और जेड़े अनुशासन अधीन है, जेड़े परमेश्वर की आग्या के अधीन है, वो परमेश्वर नूं मन पाउंदे हैं। मैं जदों कहावतां पढ़ रहा सा, इस विच बहुत सारिया गल्लां अजिहियां है जिहड़ियां मनुखी जीवन दे विच वास्तविक प्रैक्टिकली लाभदायक अते उत्साहयोग है। सुलेमान एक कहावतां, उन्हें 3000 तो वध कहावतां लिखियां, जिन्हों असीं मुहावरे कह सकते हैं, वो लिखे। ਉਹਦੇ ਵਿੱਚ उसने अपना वास्तविक जो जीवन है वो प्रगट किया है। और वो जीवन का उसका तजर्बा है जिहड़ा वो प्रगट कर रहा बुढ़ापे के समय दे विच। और इस समय दे विच वो एक गल कह रहा है, मनुख दा भै फाही लिआउंदा है। इहदे च कोई शक नहीं। मनुख का भै फाही लिआउंदा है। परमेश्वर दे लोकां ने भी मनुख का भै खाधा है।
ਔਰ ਉਹ ਭੈ ਉਹਨਾਂ ਦੇ ਲਈ ਲਾਭਦਾਇਕ ਨਹੀਂ ਹੋਇਆ, ਲਾਭਦਾਇਕ ਨਹੀਂ ਹੋਇਆ। ਮੈਂ ਕੁਝ ਗੱਲਾਂ ਆਪ ਦੇ ਨਾਲ ਜੋੜਾਂਗਾ। ਇਸ ਦੇ ਵਿੱਚ ਉਤਪਤ ਦੀ ਪੁਸਤਕ 12 ਦਾ 12 ਮੈਂ ਆਪ ਦੇ ਨਾਲ ਉਸ ਦੀ ਗੱਲ ਕਰ ਰਿਹਾ। 12 ਦਾ 12 ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਬਰਾਹਮ ਦੇ ਜੀਵਨ ਦੇ ਵਿੱਚ ਮਨੁੱਖ ਦਾ ਭੈ ਨਜ਼ਰ ਆਉਂਦਾ ਹੈ। ਇੱਥੇ ਅਸੀਂ ਦੇਖਦੇ ਹਾਂ, ਸੋ ਐਂ ਹੋਊਗਾ ਜਦ ਮਿਸਰੀ ਤੈਨੂੰ ਵੇਖਣਗੇ ਤਦ ਉਹ ਕਹਿਣਗੇ ਕਿ ਇਹ ਉਸ ਦੀ ਤੀਵੀਂ ਹੈ ਅਤੇ ਉਹ ਮੈਨੂੰ ਮਾਰ ਸੁੱਟਣਗੇ, ਪਰ ਤੈਨੂੰ ਜਿਉਂਦੀ ਰੱਖ ਲੈਣਗੇ। ਅੱਜ ਮਨੁੱਖਾਂ ਦੇ ਵਿੱਚ ਪਰਮੇਸ਼ਵਰ ਦਾ ਭੈ ਹੈ, ਮਨੁੱਖਾਂ ਦਾ ਭੈ ਜ਼ਿਆਦਾ। ਜੇ ਮੈਂ ਪ੍ਰਭੂ ਦੇ ਕੋਲ ਚਲਾ ਗਿਆ ਤਾਂ ਲੋਕ ਕੀ ਕਹਿਣਗੇ? ਜੇ ਮੈਂ ਪ੍ਰਭੂ ਦੇ ਪਿੱਛੇ ਚੱਲ ਪਿਆ ਤਾਂ ਲੋਕ ਕਿਸ ਤਰ੍ਹਾਂ ਦਾ ਮੇਰੇ ਜੀਵਨ ਦੇ ਵਿੱਚ ਦੇਖਣਾ ਅਤੇ ਉਹਨਾਂ ਦਾ ਮੇਰੇ ਜੀਵਨ ਦੇ ਵਿੱਚ ਧਿਆਨ ਕਰਨਾ ਹੋਵੇ। ਮੈਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰਦਾ, ਆਪਣੇ ਜੀਵਨ 'ਚ ਮਨੁੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਬਹੁਤ ਜ਼ਿਆਦਾ ਤਜਰਬਾ ਦੇਖਿਆ ਹੈ ਕਿਸੇ ਦੇ, ਈਵਨ ਦੈਨ ਵਿਸ਼ਵਾਸੀ ਦੀ ਵੀ ਗੱਲ ਕਰ ਰਿਹਾ, ਕਿਸੇ ਦੇ ਵਿਆਹ ਹੋਵੇ, ਕਿਸੇ ਦੇ ਕੋਈ ਪ੍ਰੋਗਰਾਮ ਹੋਵੇ, ਪ੍ਰਭੂ ਦੇ ਦਿਨ, ਉਹਦੀ ਸੰਗਤੀ ਦੇ ਦਿਨ, ਐਤਵਾਰ ਦੇ ਦਿਨ, ਤਾਂ ਉਹ ਪ੍ਰਭੂ ਦੀ ਸੰਗਤ ਨਹੀਂ ਕਰਦੇ, ਉਹਨਾਂ ਦੀ ਸੰਗਤ। ਕਿਉਂ ਕਹਿੰਦੇ ਜੇ ਅਸੀਂ ਨਾ ਗਏ ਉਹਨਾਂ ਨੇ ਪਤਾ ਨਹੀਂ ਕੀ ਕਹਿਣਾ, ਸਾਡੇ ਨਾਲ ਕਿੱਦਾਂ ਵਰਤਣਾ ਪਤਾ ਨਹੀਂ। ਈਵਨ ਦੈਨ ਕਈ ਅਜਿਹੇ ਵਿਸ਼ਵਾਸੀ ਵੇਖੇ ਹੈ, ਜੇ ਸਾਡੇ ਕਿਸੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਤਾਂ ਸਾਡੇ ਵਿਰੋਧ ਵਿੱਚ ਖੜੇ ਹੋ ਜਾਣਗੇ। ਜੋ ਸਾਡੀ ਉਹ ਮੁੱਢਲੀ ਸਹਾਇਤਾ ਕਰਦੇ ਉਹ ਬੰਦ ਕਰ ਦੇਣ। ਇਹ ਭੈ ਵੀ ਉਹਨਾਂ ਦੇ ਜੀਵਨ ਦੇ ਵਿੱਚ ਮੈਂ ਦੇਖਿਆ ਹੈ। ਬਹੁਤ ਸਾਰੇ ਲੋਕਾਂ ਜਿਹੜੇ ਉਹਨਾਂ ਤੋਂ ਸਪੋਰਟ ਲੈਂਦੇ ਆ, ਉਹਨਾਂ ਤੋਂ ਸਹਾਇਤਾ ਲੈਂਦੇ ਆ, ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਣਾ ਨਹੀਂ ਆ ਮਸੀਹ, ਪਰ ਅਸੀਂ ਮਸੀਹੀ ਰਹਿਣਾ ਹੈ। ਇਹ ਪਰਮੇਸ਼ਵਰ ਦਾ ਭੈ ਨਹੀਂ, ਇਹ ਮਨੁੱਖਾਂ ਦਾ ਭੈ। ਔਰ ਮਨੁੱਖਾਂ ਦਾ ਭੈ ਇੱਥੇ ਸੁਲੇਮਾਨ ਕਹਿ ਰਿਹਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਫੰਦਾ ਲਿਆਉਂਦਾ। ਫੰਦਾ ਕਿੱਦਾਂ ਲਿਆਉਂਦਾ? ਜੇ ਉਹ ਕੋਈ ਕੰਮ ਅਜਿਹਾ ਦੁਨੀਆਦਾਰੀ ਦਾ ਕਰ ਰਹੇ ਆ ਤਾਂ ਤੁਹਾਨੂੰ ਉੱਥੇ ਜਾ ਕੇ ਕਰਨਾ ਪਏਗਾ। ਅਜਿਹਾ ਕੰਮ ਕਰਨ ਵਾਲੇ ਕਈ ਪਾਸਵਾਨ ਇਸ ਚੀਜ਼ ਦੀ, ਜੋ ਉਹਨਾਂ ਦੇ ਮਨੁੱਖਾਂ ਦੇ ਨਾਲ ਭੈ ਹੈ, ਉਸ ਭੈ ਦੀ ਭਰਪੂਰੀ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਵੀ ਖਾਣਾ ਹੁੰਦਾ ਨਾ, ਉਹਨਾਂ ਦੇ ਲਈ ਉਹ ਕਿਸ ਤਰ੍ਹਾਂ ਕਰਦੇ ਹੈ, ਭਾਈ ਕੋਈ ਗੱਲ ਨਹੀਂ, ਪ੍ਰਾਰਥਨਾ ਕਰਕੇ ਪ੍ਰਸ਼ਾਦ ਖਾ ਲਿਓ, ਕੋਈ ਫਰਕ ਨਹੀਂ ਪੈਂਦਾ। ਪ੍ਰਾਰਥਨਾ ਕਰਕੇ ਉਹਨਾਂ ਦੇ ਕਾਰਜਾਂ ਦੇ ਵਿੱਚ ਸ਼ਾਮਿਲ ਹੋ ਜਾਓ, ਕੋਈ ਫਰਕ ਨਹੀਂ ਪੈਂਦਾ ਹੈ। ਪਰਮੇਸ਼ਵਰ ਦਾ ਭੈ ਉਹਨਾਂ ਦੇ ਵਿੱਚ ਨਹੀਂ, ਨਾ ਪਾਸਵਾਨਾਂ ਦੇ ਵਿੱਚ ਹੈ, ਨਾ ਵਿਸ਼ਵਾਸੀਆਂ ਦੇ ਵਿੱਚ ਹੈ। ਉਹਨਾਂ ਦੇ ਦੇਖਣ ਵਾਲੇ ਵੀ ਕੀ ਕਹਿੰਦੇ, ਉਹਨਾਂ ਦੇ ਬੱਚੇ ਵੀ ਕੀ ਕਹਿੰਦੇ, ਸ਼ਾਇਦ ਇਹੋ ਭਗਤੀ ਹੈ। ਨਹੀਂ ਮੇਰੇ ਭਾਈ ਅਤੇ ਭੈਣ, ਅਜਿਹੀ ਭਗਤੀ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚੋਂ ਨਹੀਂ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਮਨੁੱਖਾਂ ਦਾ ਭੈ ਆਪਣੇ ਜੀਵਨ ਦੇ ਵਿੱਚ ਰੱਖੀਏ। ਦੂਸਰਾ ਮੈਂ ਉਦਾਹਰਣ ਆਪ ਨੂੰ ਜੋ ਦੇਣ ਜਾ ਰਿਹਾ ਉਹ ਵੀ ਬਹੁਤ ਇੰਪੋਰਟੈਂਟ ਹੈ। ਪਹਿਲਾ ਸ਼ੈਮੂਅਲ 15 ਅਧਿਆਇ ਉਸ ਦੀ 24 ਆਇਤ। ਜਦੋਂ ਇਸ ਨੂੰ ਪੜ੍ਹਦੇ ਹਾਂ ਤਾਂ ਇਹ ਵੀ ਪਰਮੇਸ਼ਵਰ ਦੀ ਮਹਿਮਾ ਦੇ ਨਿਮਿਤ ਮੇਰੇ ਜੀਵਨ ਦੇ ਵਿੱਚ ਪ੍ਰਗਟ ਕਰਦਾ। ਸ਼ਾਊਲ ਨੇ ਸ਼ੈਮੂਅਲ ਨੂੰ ਆਖਿਆ, ਮੈਂ ਪਾਪ ਕੀਤਾ, ਕਿਉਂ ਜੋ ਮੈਂ ਯਹੋਵਾ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ। ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ। ਜਦੋਂ ਮਨੁੱਖਾਂ ਦਾ ਭੈ ਮੰਨਿਆ, ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ, ਤਾਂ ਉਹ ਫਾਹੀ ਵਿੱਚ ਆ ਗਿਆ। ਉਹਦਾ ਪੂਰਾ ਪਰਿਵਾਰ ਨਸ਼ਟ ਹੋ ਗਿਆ।
क्यों मैं आप ਨੂੰ ਇਹ ਵੀ ਕੁਝ ਪੜ੍ਹ ਕੇ ਦੱਸਣਾ ਚਾਹੁੰਦਾ ਹਾਂ। ਜਿਹੜੇ ਲੋਕ ਮਨੁੱਖਾਂ ਦਾ ਭੈ ਮੰਨਦੇ ਹੈ ਉਹਨਾਂ ਦੇ ਲਈ ਪਰਮੇਸ਼ਵਰ ਆਪਣੇ ਵਚਨ ਦੇ ਵਿੱਚ ਕੀ ਆਖਦਾ ਹੈ। ਜਦੋਂ ਅਸੀਂ ਕੂਚ ਦੀ ਪੁਸਤਕ ਉਸ ਦਾ 20 ਅਧਿਆਏ ਪੜ੍ਹਦੇ ਹਾਂ ਤਾਂ ਉਸ ਵਿੱਚ ਕੀ ਕਹਿੰਦਾ ਹੈ, ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਜਿਹੜੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਹੈ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੀਆਂ ਪਾਣੀਆਂ ਵਿੱਚੋਂ, ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਤੇਰਾ ਯਹੋਵਾ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਬੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਤੱਕ ਲਿਆਉਂਦਾ ਹਾਂ। ਪਰਮੇਸ਼ਵਰ ਦਾ ਓਬੀਡੀਐਂਸ ਦਾ ਇਹ ਵਚਨ, ਜਿਹੜੇ ਉਹਦੇ ਭੈ ਨੂੰ ਮੰਨਦੇ ਹੈ, ਜਿਹੜੇ ਉਹਦੀ ਆਗਿਆ ਦਾ ਪਾਲਣ ਕਰਦੇ, ਜੇ ਉਹਦੀ ਆਗਿਆ ਦਾ ਉਲੰਘਣ ਕਰਦੇ ਹੈ, ਉਹਦੇ ਨੇਮ ਦਾ ਉਲੰਘਣ ਕਰਦੇ ਹੈ, ਤਾਂ ਪਰਮੇਸ਼ਵਰ ਦਾ ਕ੍ਰੋਧ ਉਹਨਾਂ ਤੇ ਆਉਂਦਾ ਹੈ। ਭੈਦਾਇਕ ਪਰਮੇਸ਼ਵਰ ਉਹਨਾਂ ਦੇ ਉੱਤੇ ਆਪਣੇ ਨਿਯਮ ਦਾ ਨਿਆਂ ਪ੍ਰਗਟ ਕਰਦਾ ਹੈ, ਆਪਣੇ ਨਿਯਮ ਦਾ ਨਿਆਂ ਪ੍ਰਗਟ ਹੁੰਦਾ ਹੈ। ਅੱਜ ਵੀ ਤਾਂ ਸਾਰੇ ਲੋਕ ਜੋ ਇਸ ਸਰਵੱਤ ਸ੍ਰਿਸ਼ਟੀ ਦੇ ਵਿੱਚ ਹੈ, ਉਹ ਪਰਮੇਸ਼ਵਰ ਦੇ ਉਸ ਨਿਆਂ ਦਾ ਆਪਣੇ ਜੀਵਨ ਵਿੱਚ ਫਲ ਭੋਗ ਰਹੇ ਆ। ਪਰਮੇਸ਼ਵਰ ਜਿਹੜਾ ਭੈਯੋਗ ਪਰਮੇਸ਼ਵਰ ਹੈ, ਉਹ ਕਿਸੇ ਨੂੰ ਡਰਾਉਂਦਾ ਨਹੀਂ। ਮੈਂ ਦੂਸਰੀ ਗੱਲ ਆਪ ਨੂੰ ਦੱਸ ਦਿਆਂ, ਅਬਰਾਹਮ ਪਰਮੇਸ਼ਵਰ ਦਾ ਮਿੱਤਰ ਸੀ, ਤੇ ਮਿੱਤਰ ਤੋਂ ਮਿੱਤਰ ਨੂੰ ਕੋਈ ਡਰ ਨਹੀਂ ਹੁੰਦਾ। ਪਰ ਅਬਰਾਹਮ ਪਰਮੇਸ਼ਵਰ ਦਾ ਮਿੱਤਰ ਕਿਵੇਂ ਹੈ ਸੀ, ਇਹ ਵੀ ਸਮਝਣਾ ਜ਼ਰੂਰੀ ਹੈ, ਕਿਉਂਕਿ ਉਹ ਪਰਮੇਸ਼ਵਰ ਦੇ ਹੁਕਮ ਨੂੰ ਮੰਨਿਆ, ਕਿਉਂਕਿ ਉਸਨੇ ਪਰਮੇਸ਼ਵਰ ਦੇ ਨਿਯਮਾਂ ਦਾ ਆਦਰ ਸਤਿਕਾਰ ਕੀਤਾ। ਬਾਈਬਲ ਦੇ ਵਿੱਚ ਲਿਖਿਆ ਹੈ, ਜਿਹੜੇ ਆਗਿਆਕਾਰੀ ਉਹ ਪਰਮੇਸ਼ਵਰ ਦੇ ਪੁੱਤਰ ਹਨ ਅਤੇ ਸਦਾਏ ਜਾਂਦੇ ਹਨ। ਉਹਨਾਂ ਦੇ ਵਿੱਚ ਫਿਰ ਭੈ ਕਿਸ ਚੀਜ਼ ਦਾ? ਓਬੀਡੀਐਂਸ ਦਾ। ਉਹਨਾਂ ਦੇ ਵਿੱਚ ਭੈ ਕਿਸ ਚੀਜ਼ ਦਾ? ਪਰਮੇਸ਼ਵਰ ਦੇ ਨਿਯਮ ਦਾ। ਪਰਮੇਸ਼ਵਰ ਦਾ ਉਹ ਭੈ ਨਹੀਂ ਹੈ ਜਿਸ ਤਰ੍ਹਾਂ ਲੋਕ ਸੋਚਦੇ। ਪਰਮੇਸ਼ਵਰ ਖੁਸ਼ੀਆਂ ਦੇਣ ਵਾਲਾ ਹੈ, ਪਰਮੇਸ਼ਵਰ ਬਰਕਤ ਦੇਣ ਵਾਲਾ ਹੈ, ਪਰਮੇਸ਼ਵਰ ਨਿਹਾਲ ਕਰਨ ਵਾਲਾ ਹੈ। ਤੇ ਅਸੀਂ ਉਸ ਨੂੰ ਕਿਵੇਂ ਸਮਝਦੇ ਹਾਂ? ਇਹ ਸਾਡੇ ਜੀਵਨ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੇ ਨੇੜੇ ਨੇੜੇ ਜਾਵਾਂਗੇ, ਤਿਵੇਂ ਤਿਵੇਂ ਪਰਮੇਸ਼ਵਰ ਦੇ ਭੈ ਨੂੰ ਅਸੀਂ ਮੰਨਣ ਲੱਗ ਜਾਵਾਂਗੇ ਅਤੇ ਜਾਣਨ ਲੱਗ ਜਾਵਾਂਗੇ। ਮੈਂ ਦੱਸਦਾ ਹਾਂ, ਇੱਕ ਪਤਨੀ ਆਪਣੇ ਪਤੀ ਦੇ ਨਾਲ ਬੰਨੀ ਜਾਂਦੀ ਹੈ। ਬੰਨੀ ਜਾਂਦੀ ਹੈ ਮਤਲਬ ਪ੍ਰਤਿਗਿਆ ਦੇ ਨਾਲ ਜੋੜੀ ਜਾਂਦੀ ਹੈ। ਉਸ ਦੇ ਅੰਦਰ ਪਤੀ ਦਾ ਭੈ ਨਹੀਂ, ਪਤੀ ਦਾ ਪ੍ਰੇਮ ਹੈ, ਪਰ ਉਸ ਦੇ ਅਧੀਨ ਹੈ। ਬਾਈਬਲ ਦੇ ਵਿੱਚ ਲਿਖਿਆ, ਪਤੀ ਪਤਨੀ ਦੇ ਨਾਲ ਪ੍ਰੇਮ ਕਰਦਾ ਹੈ ਔਰ ਪਤਨੀ ਉਸ ਦੇ ਅਧੀਨ ਰਹਿੰਦੀ। ਇਹਦੇ ਵਿੱਚ ਭੈ ਸ਼ਬਦ ਹੀ ਨਹੀਂ। ਭੈ ਆਉਂਦਾ ਕਦੋਂ ਹੈ? ਜਦੋਂ ਪਤਨੀ ਪਤੀ ਦੇ ਅਨਵੀਡੀਅਸ ਦੇ ਵਿੱਚ ਚਲੀ ਜਾਂਦੀ ਹੈ, ਤਦ ਉਹਦੇ 'ਚ ਹਾਏ ਮੇਰਾ ਪਤੀ ਕੀ ਕਹੂਗਾ, ਉਹ ਮੈਨੂੰ ਕਿੱਦਾਂ ਬੋਲੂ, ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ। ਪਰ ਮੇਰਾ ਪਰਮੇਸ਼ਵਰ ਭੈ ਯੋਗ ਪਰਮੇਸ਼ਵਰ ਹੈ। ਉਹ ਮੇਰੇ ਜੀਵਨ ਦੇ ਵਿੱਚ ਮੈਨੂੰ ਆਗਿਆਕਾਰੀ ਸੰਤਾਨ ਦੀ ਤਰ੍ਹਾਂ, ਉਸ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਬੱਚੇ ਦੀ ਤਰ੍ਹਾਂ ਵੇਖਣਾ ਚਾਹੁੰਦਾ ਹੈ। ਮੈਂ ਇੱਕ ਵਾਰ ਸਕੂਲ ਗਿਆ ਤਾਂ ਸਕੂਲ ਦੇ ਵਿੱਚ ਮੈਂ ਬੇਟੀ ਦੇ ਨੰਬਰ ਦੇਖੇ। ਨੰਬਰ ਦੇਖਣ ਤੋਂ ਬਾਅਦ ਸਿਗਨੇਚਰ ਕਰਨੇ ਹੁੰਦੇ ਆ। ਸਿਗਨੇਚਰ ਕਰਨ ਤੋਂ ਬਾਅਦ ਮੈਂ ਇੱਕ ਥੱਲੇ ਕਾਲਮ ਦੇਖਿਆ। ਮੈਂ ਉਸ ਕਾਲਮ ਦੇ ਉੱਤੇ ਪੜ੍ਹ ਕੇ ਮੈਂ ਕਿਹਾ ਇਹ ਕਿਸ ਚੀਜ਼ ਦਾ? ਇਹ ਕਹਿੰਦੇ ਆ ਤੁਹਾਡੇ ਬੇਟੀ ਦਾ ਜੋ ਇਸ ਸਕੂਲ ਦੇ ਪ੍ਰਤੀ ਰੈਪੂਟੇਸ਼ਨ, ਉਸ ਦੇ ਅੰਕ ਇਸ ਵਿੱਚ ਜੋੜੇ। ਉਹ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ,
ਸਕੂਲ ਦੇ ਵਿੱਚ ਕਿਸ ਤਰ੍ਹਾਂ ਰਹਿੰਦੀ ਹੈ, ਕਿਸ ਤਰ੍ਹਾਂ ਚੱਲਦੀ ਹੈ ਅਤੇ ਸਕੂਲ ਨੂੰ ਕੀ ਆਦਰਯੋਗ ਸਮਝਦੀ ਹੈ। ਜਦੋਂ ਮੈਂ ਉਹ ਚੀਜ਼ ਦੇਖਿਆ ਉਹਦੇ ਵਿੱਚ 100 ਮਾਰਕਸ ਤੇ ਪ੍ਰਿਓ, ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ, ਮੈਂ ਉਸ ਅੰਕ ਨੂੰ ਦੇਖ ਕੇ ਆਨੰਦਿਤ ਹੋ ਗਿਆ ਕਿ ਮੇਰੀ ਬੇਟੀ ਸਕੂਲ ਦੇ ਵਿੱਚ ਕਿਤੇ ਵੀ ਹੈ ਆਪਣੇ ਪਰਮੇਸ਼ਵਰ ਦੀ ਆਗਿਆਕਾਰੀਤਾ ਨੂੰ ਉੱਚ ਰੱਖ ਕੇ ਆਦਰ ਦਾ ਕੰਮ ਕਰ, ਤੇ ਮੈਂ ਆਨੰਦਿਤ, ਜਦ ਮੈਂ ਆਨੰਦਿਤ ਹੋਇਆ ਹਾਂ, ਜੇ ਅਸੀਂ ਸਾਰੇ ਉਸ ਵਚਨ ਦੀ ਪਾਲਣਾ ਕਰਕੇ ਉਹਦੇ ਪਿੱਛੇ ਚੱਲਾਂਗੇ ਤਾਂ ਪਰਮੇਸ਼ਵਰ ਦਾ ਆਨੰਦ ਸਾਡੇ ਵਿੱਚ ਹੋਵੇਗਾ, ਉਸ ਦੀ ਬਲੈਸਿੰਗ। ਹੁਣ ਦੂਸਰੀ ਗੱਲ ਮੈਂ ਆਪ ਨੂੰ ਦੱਸਣ ਜਾ ਰਿਹਾ, ਪਰਮੇਸ਼ਵਰ ਜਿਹੜੇ ਉਸ ਦਾ ਭੈ ਰੱਖਦੇ ਹਨ ਉਹਨਾਂ ਨੂੰ ਬੁੱਧ ਦਿੰਦਾ ਹੈ ਚੱਲਣ ਦੇ। ਇਸੇ ਕਹਾਵਤਾਂ 9:10 ਵਿੱਚ ਪਰਮੇਸ਼ਵਰ ਕੀ ਗੱਲ ਕਰਦਾ ਹੈ, ਜਦੋਂ ਮੈਂ ਆਪ ਦੇ ਲਈ ਪੜ੍ਹਦਾ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ, ਪਰਮੇਸ਼ਵਰ ਦਾ ਭੈ ਬੁੱਧੀ ਦੀ ਸ਼ੁਰੂਆਤ ਹੈ। ਪਰਮੇਸ਼ਵਰ ਦਾ ਭੈ ਬੁੱਧੀ ਦੀ ਸ਼ੁਰੂਆਤ ਹੈ। ਪਰ ਦੂਸਰੇ ਸ਼ਬਦਾਂ ਦੇ ਵਿੱਚ ਜੇ ਇਸ ਨੂੰ ਪੜ੍ਹੀਏ ਤਾਂ ਉਸ ਦੇ ਵਿੱਚ ਲਿਖਿਆ, ਪਰਮੇਸ਼ਵਰ ਦਾ ਭੈ ਭਗਤੀ ਦੀ ਸ਼ੁਰੂਆਤ ਹੈ। ਪਰਮੇਸ਼ਵਰ ਦਾ ਭੈ ਆਗਿਆਕਾਰੀਤਾ ਦੇ ਉੱਤੇ ਚੱਲਣ ਦੀ ਸ਼ੁਰੂਆਤ ਹੈ। ਪਰਮੇਸ਼ਵਰ ਦਾ ਭੈ ਉਸ ਦੇ ਨੇਮ ਦੇ ਉੱਤੇ ਚੱਲਣ ਦੇ ਪ੍ਰਤੀ ਵਫਾਦਾਰੀ ਦਾ ਚਿੰਨ੍ਹ ਹੈ। ਔਰ ਉਹਦੇ ਵਿੱਚ ਅੱਗੇ ਕਹਿੰਦਾ, ਅਤੇ ਪਵਿੱਤਰ ਪੁਰਖ ਗਿਆਨ ਹੀ ਸਮਝਦਾ ਹੈ। ਪਵਿੱਤਰ ਪੁਰਖ ਦਾ ਗਿਆਨ ਹੀ ਸਮਝਦਾ ਇਸ ਗੱਲ ਨੂੰ। ਪਵਿੱਤਰ ਪੁਰਖ ਅਸੀਂ ਕਿੱਦਾਂ ਬਣਦੇ? ਪਵਿੱਤਰਤਾ ਸਾਡੇ ਜੀਵਨ ਦੇ ਵਿੱਚ ਕਿਵੇਂ ਆਉਂਦੀ ਹੈ? ਜਦੋਂ ਅਸੀਂ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਸਮਝਦੇ। ਔਰ ਇਹ ਪਵਿੱਤਰਤਾ ਐਵੇਂ ਨਹੀਂ ਸਮਝ ਆਉਂਦੀ। ਬਾਣੀ ਦੱਸਦੀ ਅਸੀਂ ਸਾਰੇ ਪਾਪ ਦੇ ਹੇਠ ਹਾਂ, ਪਰ ਇਸ ਪਾਪ ਤੋਂ ਬਚਾਉਣ ਦੇ ਲਈ ਪਰਮੇਸ਼ਵਰ ਨੇ ਮੇਰੇ ਨਾਲ ਕਾਰਜ ਕੀਤਾ ਹੈ। ਕਾਰਜ ਕੀ ਕੀਤਾ? ਉਹ ਸਵੈਂ ਇਸ ਧਰਤੀ ਦੇ ਵਿੱਚ ਮਨੁੱਖ ਬਣ ਕੇ ਆਇਆ। ਉਹਨੇ ਮਨੁੱਖ ਬਣ ਕੇ ਮੇਰੇ ਸਾਰੇ ਪਾਪਾਂ ਦੇ ਲਈ ਜਾਨ ਕਲਵਰੀ ਕਰੂਸ ਦੇ ਉੱਤੇ ਦਿੱਤੀ। ਅਤੇ ਜਦੋਂ ਮੈਂ ਉਸ ਉੱਤੇ ਨਿਹਚਾ ਕਰਦਾ ਹਾਂ ਕਿ ਉਹ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਪਰਮੇਸ਼ਰ ਪਿੱਤਰ ਜੋ ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਤੇ ਤੀਸਰੇ ਦਿਨ ਜੀ ਉੱਠਿਆ ਮੇਰਾ ਪ੍ਰਭੂ ਹੈ, ਮੈਂ ਉਸ ਦੇ ਉੱਤੇ ਵਿਸ਼ਵਾਸ ਕਰਕੇ ਉਸ ਦੇ ਪਿੱਛੇ ਚੱਲਦਾ ਤਾਂ ਉਸ ਦੀ ਬੁੱਧ ਮੈਨੂੰ ਉਸ ਦੇ ਪ੍ਰਤੀ ਆਗਿਆਕਾਰੀ ਬਣਨ ਦੇ ਲਈ ਮਦਦ ਕਰਦੀ ਹੈ, ਅਤੇ ਉਸ ਦੇ ਨਿਯਮਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਮੇਰੀ ਸਹਾਇਤਾ ਕਰਦੀ ਹੈ। ਅਦਭੁਤ ਪਰਮੇਸ਼ਰ। ਔਰ ਉਸ ਨਾਲ ਮੇਰੀ ਪਹਿਚਾਣ ਕੀ ਹੁੰਦੀ ਹੈ? ਪਰਮੇਸ਼ਰ ਪੁੱਤਰਾਂ ਜਿਹੀ ਪਛਾਣ ਹੁੰਦੀ ਹੈ। ਇਸ ਦੇ ਨਾਲ ਮੈਂ ਹੋਰ ਇੱਕ ਵਚਨ ਪੜ੍ਹਦਾ ਹਾਂ, ਇਸੇ ਕਹਾਵਤਾਂ ਦਾ 16 ਦਾ 20, ਜਿੱਥੇ ਪਰਮੇਸ਼ਰ ਦੀ ਬੁੱਧ ਮੇਰੇ ਜੀਵਨ ਦੇ ਲਈ ਲਾਭਦਾਇਕ ਹੁੰਦੀ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ, ਜਿਹੜਾ ਵਚਨ ਉੱਤੇ ਚਿੱਤ ਲਾਉਂਦਾ ਹੈ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਉਹ ਧਨ ਹੋਵੇਗਾ। ਇਹਦਾ ਮਤਲਬ ਮੈਂ ਆਪਣੇ ਜੀਵਨ ਦੇ ਵਿੱਚ ਧਨ ਕਿਵੇਂ ਹੋ ਸਕਦਾ ਹਾਂ? ਜਦੋਂ ਮੈਂ ਪਰਮੇਸ਼ਰ ਦੇ ਵਚਨ ਨੂੰ ਭੈ ਦੇ ਨਾਲ ਆਪਣੇ ਜੀਵਨ ਦੇ ਵਿੱਚ ਮੰਨਣਾ ਅਤੇ ਚੱਲਣਾ ਅਤੇ ਸੁਣਨਾ ਸ਼ੁਰੂ ਕਰ ਦਿੰਦਾ ਹਾਂ ਤਾਂ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਗਿਆਨ, ਪਰਮੇਸ਼ਰ ਦੀ ਬੁੱਧ, ਪਰਮੇਸ਼ਰ ਦੀ ਸਮਝ ਮੇਰੇ ਜੀਵਨ ਦੇ ਵਿੱਚ ਕਿਰਿਆਸ਼ੀਲ ਹੋ ਜਾਂਦੀ ਹੈ ਅਤੇ ਉਹ ਉਸ ਦੇ ਪੁੱਤਰ ਦੀ ਮਾਨਤ ਮੈਨੂੰ ਬਣਾਉਣਾ ਸ਼ੁਰੂ ਕਰ ਕਿ ਮੈਂ ਉਸ ਦਾ ਨਾਮ ਉੱਚਾ ਕਰ ਸਕਾਂ। ਆਖਰੀ ਗੱਲ ਦੇ ਵਿੱਚ ਜਾ ਰਿਹਾ, ਕੂਚ ਦੀ ਪੁਸਤਕ 20:20 ਦੇ ਵਿੱਚ ਪਰਮੇਸ਼ਰ ਦਾ ਵਚਨ ਪਰਮੇਸ਼ਰ ਦੇ ਭੈ ਦੇ ਨਾਲ ਕਿਸ ਤਰ੍ਹਾਂ ਪ੍ਰਗਟ ਹੋ ਰਿਹਾ ਹੈ। ਕੂਚ ਦੀ ਪੁਸਤਕ 20:20 ਇੱਥੇ ਲਿਖਿਆ ਹੈ, ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਕਿਉਂ ਜੋ ਪਰਮੇਸ਼ਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈ ਤੁਹਾਡੇ ਅੱਗੇ ਰਹੇ, ਤਾਂ ਜੋ ਤੁਸੀਂ ਪਾਪ ਨਾ ਕਰੋ। ਤਾਂ ਜੋ ਤੁਸੀਂ ਪਾਪ, ਜੇ ਸਾਡੇ ਵਿੱਚ ਪਾਪ ਨਹੀਂ ਹੋਵੇਗਾ
ਤਾਂ ਅਸੀਂ ਪਰਮੇਸ਼ਰ ਪੁੱਤਰ ਜਿਹੇ ਦਿਸਾਂਗੇ। ਇਸੇ ਕਰਕੇ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਦਾਊਦ ਵੀ ਕਹਿੰਦਾ ਹੈ 119 ਦਾ 11 ਦੇ ਵਿੱਚ, ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮ੍ਹਾਂ ਕਰ ਲਿਆ ਹੈ ਕਿ ਤੇਰੇ ਵਿਰੁੱਧ ਪਾਪ ਨਾ ਕਰਾਂ। ਇਹਦਾ ਮਤਲਬ ਪਰਮੇਸ਼ਵਰ ਦਾ ਵਚਨ, ਪਰਮੇਸ਼ਵਰ ਦਾ ਭੈ ਮੈਨੂੰ ਉਸ ਦੇ ਆਗਿਆਕਾਰੀਤਾ ਦੇ ਨਿਮਿਤ, ਉਸ ਦੇ ਨਿਯਮਾਂ ਦੇ ਨਿਮਿਤ ਚੱਲਣ ਦੇ ਲਈ ਮੇਰੀ ਮਦਦ ਕਰਦਾ ਹੈ, ਜਿਸ ਦੇ ਵਿੱਚ ਪਰਮੇਸ਼ਰ ਦੀ ਬੁੱਧ ਮੇਰੇ ਵਿੱਚ ਆਉਂਦੀ ਹੈ, ਜਿਸ ਦੇ ਨਾਲ ਪਰਮੇਸ਼ਰ ਦੀ ਸਮਝ ਮੇਰੇ ਵਿੱਚ ਆਉਂਦੀ ਹੈ, ਜਿਸ ਦੇ ਨਾਲ ਪਰਮੇਸ਼ਰ ਦਾ ਅਥਾਹ ਗਿਆਨ ਦਾ ਸਾਗਰ ਮੇਰੇ ਵਿੱਚ ਆਉਂਦਾ ਹੈ ਅਤੇ ਮੈਂ ਪਰਮੇਸ਼ਰ ਦੇ ਵਿੱਚ ਭਰਪੂਰ ਹੋ ਜਾਂਦਾ। ਫਿਰ ਮੈਨੂੰ ਘਟੀ ਕਦੋਂ ਹੁੰਦੀ ਹੈ? ਜਦੋਂ ਮੈਂ ਮਨੁੱਖਾਂ ਦਾ ਭੈ ਰੱਖਦਾ ਅਤੇ ਮੇਰੇ ਜੀਵਨ ਦੇ ਵਿੱਚੋਂ ਫਾਹੀ ਬਣ ਜਾਂਦੇ ਆ, ਜਿਸ ਤਰ੍ਹਾਂ ਸ਼ਾਊਲ ਦੇ ਜੀਵਨ ਦੇ ਵਿੱਚ ਇਹ ਹੋਇਆ, ਜਿਸ ਤਰ੍ਹਾਂ ਯਹੂਦਾ ਇਸਕਰੋਤੀ ਦੇ ਜੀਵਨ ਦੇ ਵਿੱਚ ਹੋਇਆ। ਜਿਨ੍ਹਾਂ ਨੇ ਪਰਮੇਸ਼ਰ ਦਾ ਭੈ ਮੰਨਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਹੁੰਦੇ ਹੋਏ ਮਨੁੱਖਾਂ ਦਾ ਭੈ ਮੰਨਿਆ, ਉਹਨਾਂ ਦੇ ਜੀਵਨ ਦੇ ਵਿੱਚ ਉਹ ਫਾਹੀ ਬਣ ਗਏ। ਇਸ ਲਈ ਮੇਰੇ ਪਿਆਰੋ, ਆਪਨੇ ਆਪਣੇ ਜੀਵਨ ਦੇ ਵਿੱਚ ਫੈਸਲਾ ਕਰਨਾ ਹੈ ਕਿ ਮੈਂ ਮਨੁੱਖਾਂ ਦਾ ਭੈ ਮੰਨਣਾ ਹੈ ਜਾਂ ਉਸ ਪਰਮੇਸ਼ਰ ਦਾ ਭੈ। ਜੇ ਪਰਮੇਸ਼ਰ ਦਾ ਭੈ ਮੰਨਦੇ ਹੋ ਤਾਂ ਪਰਮੇਸ਼ਰ ਪੁੱਤਰ ਜਿਹੀ ਪਹਿਚਾਨ ਵਿੱਚ ਵਧਦੇ ਹੋ। ਜੇ ਮਨੁੱਖਾਂ ਦਾ ਭੈ ਮੰਨਦੇ ਹੋ ਤਾਂ ਮੌਤ ਦੀ ਫਾਹੀ ਵਿੱਚ ਚਲੇ ਜਾਂਦੇ। ਫੈਸਲਾ ਤੁਸੀਂ ਕਰਨਾ ਹੈ, ਤੁਸੀਂ ਮਨੁੱਖਾਂ ਦਾ ਭੈ ਰੱਖਣਾ ਹੈ ਜਾਂ ਉਸ ਪਰਮੇਸ਼ਰ ਦਾ। ਪਰਮੇਸ਼ਰ ਆਪ ਨੂੰ ਚੂਜ਼ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਹਾਰਾਜ।